गुड मॉर्निंग स्टूडेंट्स, वेलकम टू पंजाबी क्लास। ਅੱਜ ਅਸੀਂ ਪਾਠ 13 ਚੀਤੇ ਨੂੰ ਕਿਉਂ ਬਚਾਈਏ ਰੀਡ ਕਰਾਂਗੇ। ਓਪਨ ਪੇਜ ਨੰਬਰ 72। ਮੁਨੀਸ਼ ਹੋਮਵਰਕ ਕਰ ਰਿਹਾ ਸੀ। ਵਿਜੇ ਭੱਜਿਆ ਆਇਆ ਅਤੇ ਬੋਲਿਆ, ਯਾਰ ਜਲਦੀ ਨਾਲ ਡਿਸਕਵਰੀ ਚੈਨਲ ਚਲਾ, ਚੀਤਿਆਂ ਬਾਰੇ ਪ੍ਰੋਗਰਾਮ ਆ ਰਿਹਾ ਹੈ। ਮੁਨੀਸ਼ ਅਤੇ ਵਿਜੇ ਇੱਕ ਹੀ ਜਮਾਤ ਵਿੱਚ ਪੜ੍ਹਦੇ ਸਨ ਅਤੇ ਡੂੰਘੇ ਦੋਸਤ ਸਨ। ਦੋਵਾਂ ਦੇ ਘਰ ਵੀ ਨੇੜੇ ਹੀ ਸਨ। ਦੋਵਾਂ ਨੂੰ ਡਿਸਕਵਰੀ ਚੈਨਲ ਉੱਤੇ ਜਾਨਵਰਾਂ ਵਾਲੇ ਪ੍ਰੋਗਰਾਮ ਵੇਖਣਾ ਬਹੁਤ ਚੰਗਾ ਲੱਗਦਾ ਸੀ। ਅਸਲ ਵਿੱਚ ਦੋਵਾਂ ਨੂੰ ਜਾਨਵਰ ਬਹੁਤ ਪਸੰਦ ਸਨ। ਮੁਨੀਸ਼ ਨੇ ਜਲਦੀ ਟੀਵੀ ਔਨ ਕੀਤਾ ਤੇ ਡਿਸਕਵਰੀ ਚੈਨਲ ਲਗਾ ਲਿਆ। ਟੀਵੀ ਉੱਤੇ ਪੀਲੇ ਮਟਮੈਲੇ ਜਿਹੇ ਰੰਗ ਦੇ ਕਾਲੇ ਧੱਬਿਆਂ ਵਾਲੇ ਚੀਤੇ ਦਿਖ ਰਹੇ ਸਨ। ਦੱਸਿਆ ਜਾ ਰਿਹਾ ਸੀ ਕਿ ਦੁਨੀਆ ਭਰ ਵਿੱਚ ਚੀਤਿਆਂ ਦੀ ਗਿਣਤੀ ਵਿੱਚ ਬਹੁਤ ਕਮੀ ਆ ਰਹੀ ਹੈ। ਜੇਕਰ ਇਸੇ ਤਰ੍ਹਾਂ ਹੀ ਇਹਨਾਂ ਦਾ ਸ਼ਿਕਾਰ ਹੁੰਦਾ ਰਿਹਾ ਤਾਂ ਵਾਤਾਵਰਣ ਦਾ ਸੰਤੁਲਨ ਵਿਗੜ ਜਾਏਗਾ। ਇਸ ਦਾ ਨੁਕਸਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੁਨੀਸ਼ ਵਿਜੇ ਨੂੰ ਬੋਲਿਆ, ਯਾਰ ਸਮਝ ਵਿੱਚ ਨਹੀਂ ਆਇਆ ਕਿਹੋ ਜਿਹਾ ਨੁਕਸਾਨ ਝੱਲਣਾ ਪਵੇਗਾ। ਚੀਤਾ ਤਾਂ ਖਤਰਨਾਕ ਜਾਨਵਰ ਹੈ। ਜੇਕਰ ਚੀਤੇ ਘਟ ਰਹੇ ਹਨ ਤਾਂ ਕੀ ਫਰਕ ਪੈਂਦਾ ਹੈ? ਇਹ ਸਾਡੇ ਕਿਸ ਕੰਮ ਦੇ ਹਨ? ਨਾ ਤਾਂ ਇਹ ਦੁੱਧ ਦਿੰਦੇ ਹਨ ਅਤੇ ਨਾ ਹੀ ਸਾਡੀ ਸੁਰੱਖਿਆ ਕਰਦੇ ਹਨ, ਉਲਟਾ ਸਾਨੂੰ ਡਰਾਉਂਦੇ ਹੀ ਹਨ। ਹਾਂ, ਇਹ ਗੱਲ ਤਾਂ ਮੇਰੀ ਸਮਝ ਵਿੱਚ ਵੀ ਨਹੀਂ ਆਈ। ਅਸਲ ਵਿੱਚ ਮੈਂ ਵੀ ਜਦ ਟੀਵੀ ਲਾਇਆ ਸੀ ਤਾਂ ਕਾਫੀ ਪ੍ਰੋਗਰਾਮ ਨਿਕਲ ਗਿਆ ਸੀ। ਮੈਂ ਤਾਂ ਵੇਖਦੇ ਹੀ ਤੇਰੇ ਕੋਲ ਆ ਗਿਆ। ਵਿਜੇ ਨੇ ਆਪਣੀ ਗੱਲ ਪੂਰੀ ਕੀਤੀ। ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਮੁਨੀਸ਼ ਦੇ ਪਾਪਾ ਕਮਰੇ ਵਿੱਚ ਆਏ। ਟੀਵੀ ਨੂੰ ਚੱਲਦਾ ਹੋਇਆ ਵੇਖ ਕੇ ਕਹਿਣ ਲੱਗੇ, ਕੀ ਗੱਲਾਂ ਹੋ ਰਹੀਆਂ ਹਨ? ਕੀ ਤੁਹਾਡਾ ਹੋਮਵਰਕ ਪੂਰਾ ਹੋ ਗਿਆ? ਉਸੇ ਵੇਲੇ ਵਿਜੇ ਬੋਲਿਆ, ਅੰਕਲ ਹੁਣੇ ਚੀਤਿਆਂ ਬਾਰੇ ਪ੍ਰੋਗਰਾਮ ਚੱਲ ਰਿਹਾ ਸੀ। ਮੈਂ ਪ੍ਰੋਗਰਾਮ ਚੱਲਦਾ ਹੋਇਆ ਵੇਖ ਕੇ ਮੁਨੀਸ਼ ਨੂੰ ਦੱਸਣ ਆ ਗਿਆ। ਅਸੀਂ ਪੂਰੀ ਗੱਲ ਤਾਂ ਨਹੀਂ ਸੁਣ ਸਕੇ, ਪਰੰਤੂ ਇਹ ਦੱਸਿਆ ਜਾ ਰਿਹਾ ਸੀ ਕਿ ਚੀਤਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਵਾਤਾਵਰਣ ਦਾ ਸੰਤੁਲਨ ਵਿਗੜ ਜਾਵੇਗਾ। ਸਾਡੀ ਸਮਝ ਵਿੱਚ ਨਹੀਂ ਆ ਰਿਹਾ ਕਿ ਇਸ ਦਾ ਵਾਤਾਵਰਣ ਨਾਲ ਕੀ ਸੰਬੰਧ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਮੁਨੀਸ਼ ਦੇ ਪਾਪਾ ਮੁਸਕਰਾਏ। ਉਹ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਸਨ। ਅਸਲ ਵਿੱਚ ਉਹ ਦੋਵਾਂ ਦੇ ਜਾਨਵਰਾਂ ਪ੍ਰਤੀ ਪਿਆਰ ਬਾਰੇ ਜਾਣਦੇ ਸਨ। ਉਹਨਾਂ ਨੇ ਮੁਨੀਸ਼ ਦੀ ਮੰਮੀ ਨੂੰ ਆਵਾਜ਼ ਲਗਾਈ, ਬੱਚਿਆਂ ਲਈ ਜੂਸ ਲੈ ਆਓ, ਵਿਜੇ ਆਇਆ ਹੋਇਆ ਹੈ। ਫਿਰ ਵਿਜੇ ਤੇ ਮੁਨੀਸ਼ ਦੀ ਉਤਸੁਕਤਾ ਸ਼ਾਂਤ ਕਰਨ ਲਈ ਕਹਿਣਾ ਸ਼ੁਰੂ ਕੀਤਾ, ਚੀਤਿਆਂ ਦੀ ਗਿਣਤੀ ਇਸ ਲਈ ਘਟ ਰਹੀ ਹੈ ਕਿ ਉਹਨਾਂ ਦਾ ਸ਼ਿਕਾਰ ਜ਼ਿਆਦਾ ਹੋ ਰਿਹਾ ਹੈ। ਅਸਲ ਵਿੱਚ ਉਹਨਾਂ ਦੀ ਖਲ ਮਹਿੰਗੇ ਮੁੱਲ ਉੱਤੇ ਵਿਕਦੀ ਹੈ। ਇਸੇ ਲਾਲਚ ਵਿੱਚ ਇਹਨਾਂ ਨੂੰ ਬੇਰਹਿਮੀ ਨਾਲ ਮਾਰਿਆ ਜਾ ਰਿਹਾ ਹੈ। ਪਰੰਤੂ ਜਿਸ ਰਫ਼ਤਾਰ ਉੱਤੇ ਇਹਨਾਂ ਦੀ ਗਿਣਤੀ ਘੱਟ ਹੋ ਰਹੀ ਹੈ, ਉਸ ਰਫ਼ਤਾਰ ਨਾਲ ਵੱਧ ਨਹੀਂ ਰਹੀ। ਪਰ ਪਾਪਾ, ਵਾਤਾਵਰਣ ਉੱਤੇ ਇਸ ਦਾ ਅਸਰ ਕਿਵੇਂ ਹੁੰਦਾ ਹੈ? ਮੁਨੀਸ਼ ਨੇ ਉਤਸੁਕਤਾ ਦਿਖਾਈ। ਮੈਂ ਦੱਸਦਾ ਹਾਂ। ਪਾਪਾ ਅਜੇ ਗੱਲ ਸ਼ੁਰੂ ਹੀ ਕਰਨ ਵਾਲੇ ਸੀ ਕਿ ਮੁਨੀਸ਼ ਦੀ ਮੰਮੀ ਜੂਸ ਲੈ ਕੇ ਆ ਗਈ। ਕੀ ਕਿਸੇ ਵਿਸ਼ੇ 'ਤੇ ਚਰਚਾ ਹੋ ਰਹੀ ਹੈ? ਮੰਮੀ ਨੇ ਪੁੱਛਿਆ। ਪਾਪਾ ਬੋਲੇ, ਇਹ ਪੁੱਛ ਰਹੇ ਹਨ ਕਿ ਚੀਤਿਆਂ ਦੀ ਘਟ ਰਹੀ ਗਿਣਤੀ ਦਾ ਵਾਤਾਵਰਣ 'ਤੇ ਕੀ ਅਸਰ ਪਵੇਗਾ। ਚੰਗਾ, ਤਾਂ ਮੈਂ ਤੁਹਾਡੇ ਲਈ ਵੀ ਜੂਸ ਲੈ ਕੇ ਆਉਂਦੀ ਹਾਂ। ਮੰਮੀ ਰਸੋਈ ਵਿੱਚ ਗਏ ਤਾਂ ਪਾਪਾ ਨੇ ਦੱਸਣਾ ਸ਼ੁਰੂ ਕੀਤਾ। ਜੰਗਲ ਵਿੱਚ ਹਰ ਤਰ੍ਹਾਂ ਦੇ ਛੋਟੇ ਵੱਡੇ ਜਾਨਵਰ ਹੁੰਦੇ ਹਨ ਜੋ ਇੱਕ ਦੂਜੇ ਉੱਤੇ ਨਿਰਭਰ ਹੁੰਦੇ ਹਨ। ਹਿਰਨ, ਬਾਰਾਸਿੰਗਾ, ਖਰਗੋਸ਼ ਆਦਿ ਘਾਹ ਖਾਂਦੇ ਹਨ। ਬਾਂਦਰ ਫਲ ਖਾਂਦੇ ਹਨ। ਪੰਛੀ ਅਨਾਜ ਅਤੇ ਕੀੜੇ ਮਕੌੜਿਆਂ ਨੂੰ ਖਾਂਦੇ ਹਨ। ਇੰਝ ਹੀ ਸ਼ੇਰ ਅਤੇ ਚੀਤੇ ਮਾਸਾਹਾਰੀ ਹਨ। ਅਸਲ ਵਿੱਚ ਇਹ ਪੂਰਾ ਚੱਕਰ ਬਣਿਆ ਹੁੰਦਾ ਹੈ। ਇਹਨਾਂ ਵਿੱਚੋਂ ਇੱਕ ਵੀ ਕੜੀ ਹਿੱਲੇਗੀ ਤਾਂ ਖਤਮ ਹੋਵੇਗੀ ਤਾਂ ਸੰਤੁਲਨ ਵਿਗੜੇਗਾ ਹੀ। ਇੰਨੇ ਵਿੱਚ ਮੰਮੀ ਉਹਨਾਂ ਲਈ ਵੀ ਜੂਸ ਲੈ ਆਈ। ਜੂਸ ਪੀਣ ਤੋਂ ਪਹਿਲਾਂ ਪਾਪਾ ਆਪਣੇ ਕਮਰੇ ਵਿੱਚ ਗਏ ਅਤੇ ਇੱਕ DVD ਕੱਢ ਲਿਆਏ। ਆਉਂਦੇ ਹੀ ਬੋਲੇ, ਇਸ ਨੂੰ ਵੇਖਣ ਤੋਂ ਬਾਅਦ ਗੱਲ ਤੁਹਾਡੀ ਸਮਝ ਵਿੱਚ ਜ਼ਰੂਰ ਆ ਜਾਵੇਗੀ। ਇਹ ਫਿਲਮ ਕੁਝ ਦਿਨ ਪਹਿਲਾਂ ਹੀ ਮੇਰੇ ਇੱਕ ਦੋਸਤ ਨੇ ਅਸਲ ਵਿੱਚ ਇਸੇ ਮਿਸ਼ਨ ਉੱਤੇ ਕੰਮ ਕਰ ਰਿਹਾ ਹੈ। ਇਹ ਫਿਲਮ ਉਸਨੇ ਖਾਸ ਤੌਰ 'ਤੇ ਬੱਚਿਆਂ ਲਈ ਹੀ ਬਣਵਾਈ ਹੈ। ਇਸ ਵਿੱਚ ਚੀਤਿਆਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਮੈਂ ਸੋਚਿਆ ਸੀ ਕਿ ਛੁੱਟੀਆਂ ਵਿੱਚ ਤੁਹਾਨੂੰ ਵੇਖਣ ਲਈ ਦੇਵਾਂਗਾ, ਪਰੰਤੂ ਮੈਨੂੰ ਲੱਗਦਾ ਹੈ ਕਿ ਇਹ ਅੱਜ ਹੀ ਤੁਹਾਨੂੰ ਵਿਖਾਉਣੀ ਪਵੇਗੀ। ਉਹਨਾਂ ਨੇ DVD ਪਲੇਅਰ ਔਨ ਕੀਤਾ ਅਤੇ DVD ਚਲਾ ਦਿੱਤੀ। ਸਕਰੀਨ ਉੱਤੇ ਜੰਗਲ ਦਾ ਦ੍ਰਿਸ਼ ਆਇਆ। ਇੱਕ ਚਿੜੀ ਅਤੇ ਫਿਰ ਚਮਗਿੱਦੜਾਂ ਆਪਣੇ ਪਰਾਂ ਨੂੰ ਫੜਫੜਾਉਂਦੇ ਹੋਏ ਲੰਘੀਆਂ। ਤੇਜ਼ ਹਵਾ ਆਈ।
ਫਿਰ ਇੱਕ ਸ਼ਿਕਾਰੀ ਦਿਸਿਆ। ਉਸਦੇ ਹੱਥਾਂ ਵਿੱਚ ਪਿਸਤੌਲ ਸੀ। ਝਾੜੀਆਂ ਦੇ ਪਿੱਛੇ ਕੁਝ ਹਲਚਲ ਹੋਈ। ਪੀਲੇ ਮਟਮੈਲੇ ਜਿਹੇ ਰੰਗ ਦੇ ਕਾਲੇ ਧੱਬਿਆਂ ਵਾਲਾ ਇੱਕ ਜਾਨਵਰ ਦਿਸਿਆ। ਬਾਂਦਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹਿਰਨ ਭੱਜਣ ਲੱਗੇ। ਫਿਰ ਪੂਰੀ ਸਕਰੀਨ 'ਤੇ ਚੀਤੇ ਦਾ ਚਿਹਰਾ ਛਾ ਗਿਆ। ਅਚਾਨਕ ਇੱਕ ਗੋਲੀ ਆ ਕੇ ਚੀਤੇ ਨੂੰ ਲੱਗੀ। ਖੂਨ ਦੀ ਧਾਰ ਨਿਕਲੀ ਤੇ ਚੀਤਾ ਮਰ ਗਿਆ। ਅਗਲੇ ਹੀ ਪਲ ਹਿਰਨ ਫਿਰ ਨਜ਼ਰ ਆਉਣ ਲੱਗੇ। ਉਹਨਾਂ ਨੂੰ ਹੁਣ ਕਿਸੇ ਦਾ ਡਰ ਨਹੀਂ ਸੀ। ਉਹਨਾਂ ਦੀ ਸੰਖਿਆ ਵਧਣ ਲੱਗੀ। ਹਜ਼ਾਰਾਂ ਫਿਰ ਲੱਖਾਂ ਵਿੱਚ ਉਹ ਜੰਗਲਾਂ ਨੂੰ ਬਰਬਾਦ ਕਰਨ ਲੱਗੇ। ਉਹ ਕੀੜੇ ਮਕੌੜਿਆਂ ਨੂੰ, ਛੋਟੇ ਜਾਨਵਰਾਂ ਨੂੰ ਤੰਗ ਕਰਨ ਲੱਗੇ। ਉਹ ਛੋਟੇ ਜੀਵ ਸ਼ਹਿਰਾਂ ਵੱਲ ਨੂੰ ਭੱਜੇ। ਫਿਰ ਨਜ਼ਰ ਆਇਆ ਕਿ ਕਰੋੜਾਂ ਛੋਟੇ ਜੀਵਾਂ ਨੇ ਸ਼ਹਿਰਾਂ ਉੱਤੇ ਹਮਲਾ ਕਰ ਦਿੱਤਾ। ਉਹਨਾਂ ਨੇ ਸਾਰੀਆਂ ਫਸਲਾਂ ਖਰਾਬ ਕਰ ਦਿੱਤੀਆਂ ਹਨ। ਪਹਿਲਾਂ ਜੰਗਲ ਤਬਾਹ ਹੋਏ, ਫਿਰ ਖੇਤ ਖਲਵਾੜੇ। ਸਾਰੀ ਧਰਤੀ ਮੀਂਹ ਦੇ ਪਾਣੀ ਨਾਲ ਭਰਨ ਲੱਗੀ। ਮੀਂਹ ਦੇ ਪਾਣੀ ਨੂੰ ਰੋਕਣ ਲਈ ਕੋਈ ਦਰੱਖਤ ਨਹੀਂ ਸੀ। ਮੀਂਹ ਰੁਕਿਆ ਤਾਂ ਨਜ਼ਰ ਆਇਆ ਕਿ ਇੱਕ ਵਿਅਕਤੀ ਇਕੱਲਾ ਖੜਾ ਹੈ। ਉਸਦੇ ਚੁਫੇਰੇ ਜਾਨਵਰ ਮਰੇ ਪਏ ਹਨ। ਇਕੱਲਾ ਆਦਮੀ ਰੋਂਦਾ ਹੋਇਆ ਚੀਖ ਰਿਹਾ ਹੈ, ਆਖਿਰ ਮੈਂ ਚੀਤਿਆਂ ਨੂੰ ਕਿਉਂ ਮਾਰਿਆ? ਪਾਪਾ ਬੋਲੇ, ਹੁਣ ਸਮਝ ਵਿੱਚ ਆਇਆ ਕਿ ਚੀਤਿਆਂ ਨੂੰ ਬਚਾਉਣਾ ਕਿਉਂ ਜ਼ਰੂਰੀ ਹੈ। ਪ੍ਰਕਿਰਤੀ ਨੂੰ ਬਚਾਉਣ ਲਈ ਜੀਵਨ ਦਾ ਇੱਕ ਚੱਕਰ ਚੱਲਦਾ ਰਹਿੰਦਾ ਹੈ। ਇਹਨਾਂ ਵਿੱਚੋਂ ਇੱਕ ਵੀ ਕੜੀ ਟੁੱਟ ਜਾਵੇ ਤਾਂ ਇਹ ਚੱਕਰ ਖਿੰਡ ਜਾਂਦਾ ਹੈ। ਇਸ ਲਈ ਚੀਤਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਬਾਕੀ ਜਾਨਵਰਾਂ ਦੇ ਮੁਕਾਬਲੇ ਇਹਨਾਂ ਦੀ ਗਿਣਤੀ ਬਹੁਤ ਘੱਟ ਹੋ ਚੁੱਕੀ ਹੈ। ਪਾਪਾ ਕੁਝ ਦੇਰ ਸੋਚਣ ਤੋਂ ਬਾਅਦ ਬੋਲੇ, ਪੁੱਤਰ, ਇਹ ਫਿਲਮ ਤੁਸੀਂ ਆਪਣੇ ਦੋਸਤਾਂ ਨੂੰ ਵੀ ਕਾਪੀ ਕਰਕੇ ਦੇਣਾ। ਅਸਲ ਵਿੱਚ ਲੋਕਾਂ ਨੂੰ ਇਹ ਗੱਲ ਦੱਸਣਾ ਬਹੁਤ ਜ਼ਰੂਰੀ ਹੈ। ਦੋਵੇਂ ਹੁਣ ਪੂਰੀ ਗੱਲ ਸਮਝ ਚੁੱਕੇ ਸਨ। ਸ਼ਬਦਾਰਥ: ਖੱਲ, ਚਮੜੀ, ਮੁੱਲ, ਕੀਮਤ, ਰਫ਼ਤਾਰ, ਗਤੀ, ਚਰਚਾ, ਗੱਲਬਾਤ, ਮਿਸ਼ਨ, ਮੰਤਵ, ਉਦੇਸ਼, ਸੰਖਿਆ, ਗਿਣਤੀ, ਪ੍ਰਕਿਰਤੀ, ਕੁਦਰਤ, ਖਿੰਡ ਜਾਣਾ, ਵਿਖਰ ਜਾਣਾ। ਸਾਰਾਂਸ਼: ਇਹ ਕਹਾਣੀ ਰੀਤੂ ਕਲਸੀ ਦੀ ਰਚਨਾ ਹੈ। ਇਸ ਵਿੱਚ ਇਹ ਸਮਝਾਇਆ ਗਿਆ ਹੈ ਕਿ ਇਸ ਧਰਤੀ ਦੇ ਸਾਰੇ ਜੀਵ ਮਨੁੱਖ ਸਮੇਤ ਇੱਕ ਦੂਜੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਜੁੜੇ ਹੋਏ ਹਨ। ਕਿਸੇ ਇੱਕ ਭਾਂਤ ਦੇ ਜੀਵ ਖਤਮ ਹੋਣਗੇ ਤਾਂ ਹੋਰਨਾਂ ਉੱਤੇ ਵੀ ਮਾੜਾ ਅਸਰ ਪਵੇਗਾ। ਔਖੇ ਸ਼ਬਦ: ਚੈਨਲ, ਜਾਨਵਰ, ਚੀਤੇ, ਗਿਣਤੀ, ਵਾਤਾਵਰਨ, ਪੀੜ੍ਹੀਆਂ, ਨੁਕਸਾਨ, ਸੁਰੱਖਿਆ, ਅੰਕਲ, ਸੰਤੁਲਨ, ਮੁਨੀਸ਼, ਖੱਲ, ਰਫ਼ਤਾਰ, ਚਰਚਾ, ਮਿਸ਼ਨ, ਸੰਖਿਆ। ਓਕੇ ਬੇਟਾ, ਇਸ ਲੈਸਨ ਨੂੰ ਰੀਡ ਕਰਨਾ ਹੈ। ਇਸ ਦਾ ਸਾਰਾਂਸ਼, ਔਖੇ ਸ਼ਬਦ, ਸ਼ਬਦਾਰਥ ਫੇਅਰ ਨੋਟਬੁੱਕ ਉੱਤੇ ਸੁੰਦਰ ਲਿਖਾਈ ਵਿੱਚ ਲਿਖਣੇ ਹਨ। ਥੈਂਕ ਯੂ।